साथ वही होगा जो आज हमारे साथ हो रहा है। जो कौम अपने बुजुर्गों के साथ, आप ये देख लें, सफेद बालों वाला बामा अब्दुल कदीर बलोच, 72 साल इसकी उम्र है। अगर आपके लिए ये गद्दार है, ये दहशतगर्द है, तो फिर गद्दारी के इल्जाम लगाने वालों के लिए दहशतगर्दी जो है वो मुकद्दर बनी रहेगी। मुझे ज्यादा कुछ नहीं कहना, मैंने पेज पर आ गए हैं। उनको ये पैगाम भेजा कि मोदी साहब आप अमली तौर पे हमारी मदद करें, जबानी बात न करें, आप हमें असला दे दें, आप हमें इस तरह की मदद दे दें। अल्ताफ भाई, जब तक कि हम और आप इस वक्त इकट्ठे नहीं होंगे, सिंधी हो, मुहाजिर हो, पश्तून हो, बलोच हो, तो उन्होंने कहा कि बिल्कुल मैं इसके लिए तैयार हूँ। अभी हम इकट्ठे हो रहे हैं, सिंधियों से भी मेरी बात हो गई है, उनके लीडरशिप से, अल्ताफ भाई और मजदूर पश्तून से मेरी बात हो गई है, टेलीफोन पे राब्ते कर रहे हैं। Mama Khadir sees India favorably, but is not happy with their lip service being paid to the Baloch cause by the Indian establishment. मोदी साहब हमें मदद देना चाहते हैं तो आर्म्स की हमें मदद करें, हमें बंदूक की मदद करें, ताकि हम अपने दुश्मन को उससे मारें। लड़ने के लिए हम खुद लड़ते हैं। जो प्रधानमंत्री नरेंद्र मोदी ने कहा और चर्चा की, उसको मैं हिंद बलोच फोरम के बनने और चलने की दिशा में इसलिए ऐतिहासिक मानता हूं क्योंकि इससे पहले भी बलोच के मुद्दे पर या विभिन्न अन्य अंतर्राष्ट्रीय मुद्दे पर विषय को जानने वाले, समझने वाले व्यक्तिगत लोग तो थे, लेकिन वो एक मंच पर नहीं थे। आपने अगर करना है बलूचों की मदद, तो जबानी न करें, उनको अमली करें, कुछ करके दें, हमें कुछ दिखाएं कि मैं इस तरह। इंदिरा गांधी के जमाने में मशरकी पाकिस्तान में आपने खुद की उनकी मदद की, अपने फौज भेजे, अपने टैंक भेजा, अपने हवाई जहाज भेजे, अपने जंगी जहाज भेजे, अपनी दूसरे मतलब जराये से आपने उनकी मदद की। हम सिर्फ आपसे वो सब कुछ नहीं मांगते हैं। हम ਮੁੰਡਿਆਂ ਦੇ ਵਿਆਹ ਕਰਦੇ ਹੋ 2-2 4-4 ਕਰੋੜ ਰੁਪਇਆ ਲਾ ਜਿਹੜੇ ਕਿੱਥੋਂ ਆਂਦਾ ਤੇ ਕਿਹੜੇ ਤੁਹਾਡੇ ਪਿਓ ਦੀ ਜਾਇਦਾਦ ਸੀ? ਮੈਂ ਅਹਿਮਦ ਮੀਰ ਨੂੰ ਪੁੱਛਣਾ ਤੇਰੇ ਪਿਓ ਦੀ ਕਿਹੜੀ ਜਾਇਦਾਦ ਸੀ ਜਿੱਥੋਂ ਇਹ ਮੁੰਡੇ ਦਾ ਅਗਲੇ ਦਿਨ ਵਿਆਹ ਕੀਤੇ ਤੇ ਕਰੋੜਾਂ ਰੁਪਇਆ ਲਾ ਚੜੇ? ਸਮਝ ਆਈ ਆ? ਮੈਂ ਵੀ ਤੈਨੂੰ ਵੀ ਸਿਆਲਕੋਟ ਦਾ ਜਾਣਦਾ, ਮੈਂ ਵੀ ਸਿਆਲਕੋਟ ਦਾ ਰਹਿਣ ਵਾਲਾ। ਮੈਂ ਦੱਸੋ, ਮੇਰੇ ਸਿਆਲਕੋਟ ਦੇ ਕਮ ਸੇ ਕਮ 40 ਜਰਨੈਲ ਜਿਨ੍ਹਾਂ ਨੂੰ ਮੈਂ ਵੀ ਜਾਣਦਾ, ਜਿਹੜੇ ਰਿਟਾਇਰ ਹੋਏ, ਜਿਨ੍ਹਾਂ ਦੀ ਅੱਜ ਵੀ ਹਾਲਾਤ ਸਾਡੇ ਆਂਗਣ ਨੇ। ਸਮਝ ਆਈ ਆ? ਤੇ ਮੈਂ ਜਿਨ੍ਹਾਂ ਸਿਆਸਤਦਾਨਾਂ ਤੋਂ ਨੇ ਸਿਆਸਤ ਨੇ ਇੰਜ ਕੀਤਾ, ਉਹਨਾਂ ਸਿਆਸਤਦਾਨਾਂ ਦੀਆਂ ਤੈਨੂੰ ਮੈਂ ਜਾਇਦਾਦਾਂ ਵਾਂ, ਆ ਤੇਰੀਆਂ ਅੱਖਾਂ ਖੁੱਲ ਜਾਣ। ਆ ਮੇਰੇ ਨਾਲ ਮੁਕਾਬਲੇ ਮੈਂ ਤੈਨੂੰ ਸਿਆਲਕੋਟ ਉਹਨਾਂ 40 ਜਰਨੈਲਾਂ ਦੀਆਂ ਤੇ ਜਿਹੜੇ 15-20 ਸਿਆਸਤਦਾਨ ਜਿਹੜੇ 79 ਪਹਿਲਿਆਂ ਦੀ ਗੱਲ ਨਹੀਂ ਕਰਦਾ, 79 ਤੋਂ ਪਹਿਲੋਂ ਅੱਲਾ ਦੇ ਫਜ਼ਲ ਨਾਲ ਨੇਕ ਲੋਕੀ ਸਨ, ਸਿਆਸਤ ਵਿੱਚ ਇਮਾਨ ਲਈ ਆਉਂਦੇ ਨੇ, ਮੁਲਕ ਦੀ ਮੁਹੱਬਤ ਲਈ ਆਉਂਦੇ ਨੇ। ਲੇਕਿਨ ਉਹ ਤੋਂ ਬਾਅਦ ਜਦੋਂ ਇਹ ਚੋਰ ਤੇ ਡਾਕੂ ਆਏ ਨੇ, ਇਹਦੀ ਇੱਕ ਦੀ ਜਾਇਦਾਦ ਤੈਨੂੰ ਮੈਂ ਦੱਸਾਂ ਕਿੰਨੀ ਹੈ, ਤੇ ਤੈਨੂੰ ਪਤਾ ਲੱਗ ਜੇ ਇਹਨਾਂ ਦੀਆਂ ਜਾਇਦਾਦਾਂ ਕਿੰਨੀਆਂ ਨੇ। ਹਜੇ ਆਜ਼ਮ ਤੇ ਦੂਜੇ ਵਰੀਓ ਤੇ ਦੂਜੇ ਤੀਜਿਆਂ ਨੂੰ ਜਾ ਕੇ ਤੇ ਸਾਰੇ ਹਿਆਂ ਨੂੰ ਵੇਚ ਜਾ, ਉਹਨਾਂ ਦੀ ਜਾਇਦਾਦਾਂ ਕਿੱਥੋਂ ਆਈਆਂ ਨੇ। ਸਮਝ ਆਈ ਆ? ਫੌਜ ਨੂੰ ਕਰਨ ਵਾਲਿਓ, ਤੁਹਾਡੇ ਤੇ ਅੱਲਾ ਦੀ ਲਾਨਤ ਹੈ ਕਿ ਜਿਨ੍ਹਾਂ ਦੇ ਬੱਚੇ ਸ਼ਹੀਦ ਹੁੰਦੇ ਨੇ, ਜਦੋਂ ਤੁਹਾਡੀ ਬਕਵਾਸ ਸੁਣਦੇ ਨੇ, ਉਹਨਾਂ ਦੇ ਪਤਾ ਨਹੀਂ ਦਿਲਾਂ ਤੇ ਕਿੰਨੀ ਤਕਲੀਫ ਹੁੰਦੀ ਹੈ। ਉਹਨਾਂ ਦਾ ਦਿਲ ਕਰਦਾ ਖੂਨ ਦੇ ਆਂਸੂ ਰੋਂਦੇ ਨੇ, ਉਹਨਾਂ ਦਾ ਦਿਲ ਕਰਦਾ ਤੁਹਾਡਾ ਖੂਨ ਪੀ ਜਾਈਏ। ਸਮਝ ਆਈ ਜੇ? ਤੁਸੀਂ ਇਸਰਾਈਲ ਨੂੰ ਵੇਖੋ, ਉੱਥੇ ਹਰ ਇਨਸਾਨ ਜਿਹੜਾ ਆਪਣਾ ਬੱਚਾ ਫੌਜ ਦੇ ਪਹਿਲਾਂ ਕਰਦਾ। ਮੈਂ ਤਾਂ ਨਾ, ਤੁਸੀਂ ਵੀ ਅਗਰ ਲਾਲਦੇ ਹੋ, ਮੈਂ ਤਾਂ ਨਾ ਸਿਆਸਤਦਾਨਾਂ ਨੂੰ ਵੀ ਗਵਰਨਮੈਂਟ ਨੂੰ ਲਾ ਪਾਸ ਕਰਨਾ ਚਾਹੀਦਾ ਕਿ ਸਿਆਸਤ ਵਿੱਚ ਵੀ ਉਹ ਆਵੇ ਜਿਹਦਾ ਇੱਕ ਬੰਦਾ ਕੰਮ ਫੌਜ ਮੁਲਕ ਦੇ ਕੁਰਬਾਨ ਕਰਨ ਲਈ ਇੱਕ ਵਿੱਚ ਹੋਵੇ। ਤੁਹਾਨੂੰ ਪਤਾ ਲੱਗੇ ਜਿਹਨੇ ਜਰਨਲਿਸਟ ਤੇ ਜਿਹਨੇ ਤੁਸੀਂ ਬਹਿ ਕੇ ਆਪਣੇ ਆਪ ਨੂੰ ਨਿੱਕੇ ਟੀਵੀ ਤੇ ਬਹਿ ਕੇ ਆਪਣੇ ਆਪ ਨੂੰ ਬੜੇ ਫੰਨਿਆਂ ਦੇ ਬੜੇ ਜਿਹੜਾ ਫੌਜ ਦੇ ਖਿਲਾਫ 4 ਬੋਲਦਾ ਇੰਡੀਆ ਦੇ ਚੇਤੇ ਹੋ ਜਿਹੜੇ, ਕਿ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਕਿ ਤੁਸੀਂ ਬਹੁਤ ਬੜੇ ਹੋ, ਤੁਸੀਂ ਕੁਝ ਵੀ ਨਹੀਂ ਹੋ। ਬਚੋ ਉਸ ਦਿਨ ਤੋਂ। ਇਹ ਲੋਕਾਂ ਦੇ ਜਿਨ੍ਹਾਂ ਦੇ ਬੱਚੇ ਉੱਥੇ ਜਾਨਾਂ ਕੁਰਬਾਨ ਕਰਦੇ ਨੇ, ਕਦੀ ਉਹਨਾਂ ਨੂੰ ਤੇ ਵੇਖੋ। ਮੇਰੇ 50 ਅਜ਼ੀਜ਼ ਨੇ ਜਿਹੜੇ ਫੌਜ ਵਿੱਚ ਰਿਟਾਇਰ ਹੋਏ ਨੇ, ਮਰ ਕੇ ਸਾਡੇ ਰਿਟਾਇਰ ਹੋਣ ਤੋਂ ਬਾਅਦ ਵੀ ਗਰੀਬ ਨੌਕਰੀਆਂ ਤੇ ਕਰਦੇ ਨੇ।
ਲਓ ਬਈ, ਜਦੋਂ ਤੱਕ ਇਹ ਖੋਤਾ ਅੱਗੇ ਹੈ ਨਾ ਉਦੋਂ ਤੱਕ ਤਰੱਕੀ ਦੀ ਰਫ਼ਤਾਰ ਇੰਝ ਹੀ ਰਹਿਣੀ ਹੈ। ਅਗਰ ਤਰੱਕੀ ਚਾਹੁੰਦੇ ਹੋ, ਤਰੱਕੀ ਦੀ ਰਫ਼ਤਾਰ ਤੇਜ਼ ਚਾਹੁੰਦੇ ਹੋ ਤੇ ਕਿਸੇ ਤਰੀਕੇ ਖੋਤੇ ਨੂੰ ਪਰੇ ਕਰ ਦਿਓ। ਹੁਣ ਇਹਨੂੰ ਸਿਆਸੀ ਨਾ ਸਮਝ ਲੈਣਾ, ਤੁਹਾਡੀ ਮਿਹਰਬਾਨੀ।